ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਤੇ ਇਸ ਚੈਨਲ ਤੇ ਅਸੀਂ ਸਟੱਡੀ ਕਰ ਰਹੇ ਹਾਂ ਮਾਸਟਰ ਕੈਡਰ ਕੈਮਿਸਟਰੀ, ਜਿਸ ਦੇ ਵਿੱਚ ਜੋ ਹੈ ਸੀਰੀਜ਼ MCQ ਸੀਰੀਜ਼ ਸਟਾਰਟ ਹੋ ਚੁੱਕੀ ਹੈ। ਡੇ 1 ਜੋ ਸੀਗਾ ਪਾਰਟ 1 ਜੋ ਸੀਗਾ ਉਹ ਕੰਪਲੀਟ ਹੋ ਚੁੱਕਿਆ। ਅੱਜ ਡੇ 2 ਹੈਗਾ ਸੀਰੀਜ਼ ਦਾ, MCQ ਸੀਰੀਜ਼ ਦਾ। ਓਕੇ ਜੀ, ਸੋਲਿਡ ਸਟੇਟ ਜੋ ਹੈ ਚੈਪਟਰ ਚੱਲ ਰਿਹਾ, ਉਹਦਾ ਪਾਰਟ 1 ਕੰਪਲੀਟ ਹੋ ਗਿਆ। ਟੌਪਿਕ ਵਾਈਜ਼ ਜਿਹੜੇ ਨੇ MCQ ਤੁਹਾਨੂੰ ਪ੍ਰੋਵਾਈਡ ਕਰ ਰਹੀ ਹਾਂ ਮੈਂ। ਓਕੇ, ਤੇ ਇਹਦੇ ਵਿੱਚ ਕੀ ਹੈਗਾ, ਅੱਜ ਦਾ ਜਿਹੜਾ ਟੌਪਿਕ ਰਹੂਗਾ ਉਹਦੇ ਵਿੱਚ ਹੈਗਾ ਦੈਟ ਇਜ਼ ਕ੍ਰਿਸਟੈਲੋਗ੍ਰਾਫੀ ਐਂਡ ਲੈਟਿਸ ਟੌਪਿਕ। ਠੀਕ ਹੈ ਜੀ, ਇਹਦੇ ਰਿਲੇਟਡ ਆਪਾਂ MCQ ਦੀ ਗੱਲ ਕਰਾਂਗੇ। MCQ ਜਿਹੜੇ ਨੇ ਇਹਦੇ ਵਿੱਚ ਬਹੁਤ ਇੰਪੋਰਟੈਂਟ ਨੇ। ਠੀਕ ਹੈ ਜੀ, ਸਾਰੇ MCQs ਇਹ ਲਾਸਟ ਈਅਰ ਕੁਐਸਚਨਸ ਜੋ ਹੈਗੇ ਨੇ ਐਗਜ਼ਾਮਸ ਦੇ ਆਏ ਹੋਏ ਕੁਐਸਚਨਸ ਨੇ। ਓਕੇ, ਸੋ ਆਲ ਆਰ ਇੰਪੋਰਟੈਂਟ। ਓਕੇ ਜੀ, ਲੈਟ ਅਸ ਸਟਾਰਟ ਦਾ ਟੌਪਿਕ। ਫਸਟ ਕੁਐਸਚਨ ਇਜ਼ ਦ ਕਰੈਕਟ ਸਟੇਟਮੈਂਟ ਇਨ ਦ ਫੋਲੋਇੰਗ ਇਜ਼। ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਕਰੈਕਟ ਸਟੇਟਮੈਂਟ ਹੈ ਜਿਹੜੀ ਉਹ ਕਿਹੜੀ ਹੈ। ਫਸਟ ਸਟੇਟਮੈਂਟ ਦੇਖੋ, ਦ ਆਇਨਿਕ ਕ੍ਰਿਸਟਲ ਆਫ AgBr ਹੈਜ਼ ਸ਼ਾਰਟਕੀ ਡਿਫੈਕਟ। ਦੇਖੋ ਇਹ ਕਰੈਕਟ ਨਹੀਂ ਹੈਗੀ। ਰੀਜ਼ਨ, ਕਿਉਂਕਿ ਜੋ AgBr ਹੈ ਇਹ ਕਿਹੜਾ ਡਿਫੈਕਟ ਸ਼ੋ ਕਰਦਾ ਹੈ, ਫਰੈਂਕਲ ਡਿਫੈਕਟ। ਓਕੇ, ਸੋ ਇਹ ਸਟੇਟਮੈਂਟ ਜਿਹੜੀ ਹੈ ਕਰੈਕਟ ਨਹੀਂ ਹੈਗੀ। ਨੈਕਸਟ ਦੇਖੋ, ਦ ਯੂਨਿਟ ਸੈਲ ਹੈਵਿੰਗ ਕ੍ਰਿਸਟਲ ਪੈਰਾਮੀਟਰ A ਇਜ਼ ਇਕੁਅਲ ਟੂ B ਇਜ਼ ਨਾਟ ਇਕੁਅਲ ਟੂ C, ਐਲਫਾ ਇਕੁਅਲ ਟੂ ਬੀਟਾ ਇਕੁਅਲ ਟੂ 90, ਗਾਮਾ ਇਜ਼ ਇਕੁਅਲ ਟੂ 120 ਡਿਗਰੀ ਇਜ਼ ਹੈਕਸਾਗਨਲ। ਠੀਕ ਹੈ ਜੀ, ਇਹਦੇ ਬਾਰੇ ਸੋਚੋ ਕਿ ਇਹ ਸਟੇਟਮੈਂਟ ਸਹੀ ਹੈ ਜਾਂ ਨਹੀਂ ਹੈ। ਠੀਕ ਹੈ, ਤੇ C ਦੇ ਵਿੱਚ ਕੀ ਹੈ, ਦ ਆਇਨਿਕ ਕੰਪਾਊਂਡਸ ਹੈਵਿੰਗ ਫਰੈਂਕਲ ਡਿਫੈਕਟ ਦ ਰੇਸ਼ੋ ਦਿਸ ਇਜ਼ ਹਾਈ। ਨੋ, ਇਹ ਜਿਹੜੀ ਰੇਸ਼ੋ ਹੈ ਦੇਖੋ ਇਹ ਹਾਈ ਨਹੀਂ ਹੁੰਦੀ। ਠੀਕ ਹੈ ਨਾ, ਇਹ ਹਾਈ ਨਹੀਂ ਹੁੰਦੀ ਫਰੈਂਕਲ ਡਿਫੈਕਟ ਦੇ ਵਿੱਚ। ਲਾਸਟ ਹੈਗਾ, ਦ ਕੋਆਰਡੀਨੇਸ਼ਨ ਨੰਬਰ ਆਫ Na ਪੋਜ਼ੀਟਿਵ ਆਇਨ ਇਨ NaCl ਇਜ਼ 4। ਇਹ ਵੀ ਗਲਤ ਹੈ ਜੀ। NaCl ਦਾ ਕਹਿੰਦੇ ਕੋਆਰਡੀਨੇਸ਼ਨ ਨੰਬਰ ਜਿਹੜਾ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ, 4 ਹੁੰਦਾ ਹੈ। ਇਹ ਵੀ ਸਟੇਟਮੈਂਟ ਕਰੈਕਟ ਨਹੀਂ ਹੈਗੀ। ਸੋ ਜਿਹੜੀ ਸਟੇਟਮੈਂਟ ਸਹੀ ਹੈ ਦੈਟ ਇਜ਼ ਦੀ B ਸਟੇਟਮੈਂਟ। ਓਕੇ, B ਸਟੇਟਮੈਂਟ ਐਗਜ਼ੈਕਟਲੀ ਕਰੈਕਟ ਹੈ, ਬਿਕੋਜ਼ ਜੋ ਯੂਨਿਟ ਸੈੱਲ ਹੁੰਦਾ ਜਿਸ ਦੇ ਪੈਰਾਮੀਟਰ ਇਹ ਦਿੱਤੇ ਹੁੰਦੇ ਨੇ ਸਾਨੂੰ, ਤੇ ਗਾਮਾ ਜੋ ਹੈ 120 ਡਿਗਰੀ ਹੁੰਦਾ, ਡੈਫੀਨੇਟਲੀ ਇਹ ਹੈਕਸਾਗਨਲ ਹੁੰਦਾ। ਸੋ ਦਿਸ ਇਜ਼ ਕਰੈਕਟ। ਨੈਕਸਟ ਦੇਖੋ, ਨੈਕਸਟ ਕੁਐਸਚਨ ਕੀ ਦੱਸ ਰਿਹਾ ਹੈ ਕਿ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ। ਇਹਦੇ ਵਿੱਚੋਂ ਤੁਹਾਨੂੰ ਕੀ ਦੱਸਣਾ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ। ਇਹ ਸਾਰਾ ਡਾਟਾ ਦਿੱਤਾ ਹੋਇਆ ਤੁਹਾਨੂੰ। ਠੀਕ ਹੈ ਨਾ, ਕਿਊਬਿਕ ਦਾ, ਮੋਨੋਕਲਿਨਿਕ ਦਾ, ਸਾਰੇ ਪੈਰਾਮੀਟਰਸ ਦਿੱਤੇ ਹੋਏ ਨੇ। ਤੁਸੀਂ ਇਹਦੇ ਵਿੱਚ ਕਰੈਕਟ ਪੈਰਾਮੀਟਰ ਲੱਭਣਾ ਹੈ। ਠੀਕ ਹੈ ਨਾ, ਬਾਏ ਆਪਸ਼ਨਸ ਦੇਖੋ, ਜਿਸ ਦੇ ਵਿੱਚ ਤੁਸੀਂ ਇਹ ਡਾਟਾ ਵੀ ਫਾਈਂਡ ਕਰ ਲਿਆ ਨਾ ਕਿ ਕਿਹੜਾ ਸਹੀ ਹੈ, ਤਾਂ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਕਿਹੜਾ ਇਹਦੇ ਵਿੱਚੋਂ ਕਰੈਕਟ ਹੋਏਗਾ। ਠੀਕ ਹੈ ਨਾ, ਤੁਸੀਂ ਇਹ ਸਾਰੇ ਕਿਊਬਿਕ ਸਿਸਟਮ ਦੇ ਜਿਹੜੇ ਪੈਰਾਮੀਟਰਸ ਨੇ ਤੁਸੀਂ ਲਰਨ ਕਰਨੇ ਨੇ। ਤੇ ਇਸ ਕੁਐਸਚਨ ਦੇ ਵਿੱਚ ਜੋ ਕਰੈਕਟ ਆਨਸਰ ਹੈ ਦੈਟ ਇਜ਼ C। ਓਕੇ, ਰੋਮਬੋਹੈਡਰਲ ਦੇ ਵਿੱਚ ਜੋ ਐਕਸੀਅਲ ਡਿਸਟੈਂਸ ਹੁੰਦਾ ਸਾਰੇ ਡਿਸਟੈਂਸਿਸ ਇਕੁਅਲ ਹੁੰਦੇ ਨੇ। ਔਰ ਜੇਕਰ ਅਸੀਂ ਐਂਗਲਸ ਦੀ ਗੱਲ ਕਰੀਏ, ਤਿੰਨੋਂ ਐਂਗਲਸ ਐਲਫਾ ਬੀਟਾ ਗਾਮਾ ਇਕੁਅਲ ਹੁੰਦੇ ਨੇ ਬਟ ਨਾਟ 90 ਡਿਗਰੀ। ਓਕੇ, 90 ਡਿਗਰੀ ਨਹੀਂ ਹੁੰਦੇ। ਜੇ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਕੈਲਸ਼ੀਅਮ ਕਾਰਬੋਨੇਟ ਬਿਲਕੁਲ ਸਹੀ ਐਗਜ਼ਾਮਪਲ ਹੈ, ਤੇ ਮਰਕਿਊਰਸ ਸਲਫਾਈਡ ਇਹਦੀ ਐਗਜ਼ਾਮਪਲ ਹੈ। ਨੈਕਸਟ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ, ਦੈਟ ਇਜ਼ ਇਕੁਅਲ ਟੂ ਟੈਟਰਾਗਨਲ ਕ੍ਰਿਸਟਲ ਸਿਸਟਮ ਹੈਜ਼ ਦਾ ਫੋਲੋਇੰਗ ਯੂਨਿਟ ਸੈਲ ਡਾਇਮੈਂਸ਼ਨਸ। ਇਹਦੇ ਵਿੱਚ ਦੱਸਿਆ ਕਿ ਜੋ ਟੈਟਰਾਗਨਲ ਕ੍ਰਿਸਟਲ ਸਿਸਟਮ ਹੁੰਦਾ, ਠੀਕ ਹੈ ਜੀ, ਉਹਦੇ ਕੀ ਡਾਇਮੈਂਸ਼ਨਸ ਹੁੰਦੇ ਨੇ, ਜੋ ਉਹਦਾ ਯੂਨਿਟ ਸੈੱਲ ਹੁੰਦਾ ਇਸ ਵਾਲੇ ਕ੍ਰਿਸਟਲ ਦਾ, ਉਹਦਾ ਯੂਨਿਟ ਸੈੱਲ ਦੇ ਕੀ ਪੈਰਾਮੀਟਰਸ ਹੁੰਦੇ ਨੇ। ਸੋ ਇਹਦੇ ਵਿੱਚ ਜਿਹੜਾ ਕਰੈਕਟ ਆਨਸਰ ਹੈ ਦੈਟ ਇਜ਼ B। ਓਕੇ, ਇਹ ਸਾਰੇ ਅੱਜ ਦੇ ਪੈਰਾਮੀਟਰਸ ਦੇ ਰਿਲੇਟਡ ਹੀ ਕੁਐਸਚਨਸ ਹੋਣਗੇ, ਬਿਕੋਜ਼ ਅਸੀਂ ਟੌਪਿਕ ਵਾਈਜ਼ MCQ ਕਰ ਰਹੇ ਹਾਂ। ਠੀਕ ਹੈ ਜੀ, ਟੌਪਿਕ ਨੂੰ ਪੜ੍ਹੋ ਪਹਿਲਾਂ, ਫਿਰ ਇਹਦੇ MCQs ਜਿਹੜੇ ਨੇ ਟਰਾਈ ਕਰੋ। ਨੈਕਸਟ ਜੋ ਹੈ ਫੋਰਥ ਕੁਐਸਚਨ, ਰੋਮਬਿਕ ਸਲਫਰ ਹੈਜ਼ ਦਾ ਫੋਲੋਇੰਗ ਸਟਰਕਚਰ। ਜੋ ਰੋਮਬਿਕ ਸਲਫਰ ਹੁੰਦਾ ਕਹਿੰਦੇ ਉਹਦੇ ਕੋਲ ਕਿਸ ਤਰੀਕੇ ਦੀ ਸਟਰਕਚਰ ਹੁੰਦੀ ਹੈ। ਸੋ ਇਹਦਾ ਰਾਈਟ ਆਨਸਰ ਹੈ ਦੈਟ ਇਜ਼ ਪਕਰਡ 8 ਮੈਂਬਰਡ ਰਿੰਗ ਹੁੰਦੀ ਹੈ। ਠੀਕ ਹੈ ਜੀ, 8 ਮੈਂਬਰਡ ਰਿੰਗ ਤੁਸੀਂ ਕਹਿ ਸਕਦੇ ਹੋ। ਦਿਸ ਇਜ਼ ਕਰੈਕਟ ਆਨਸਰ। ਨੈਕਸਟ ਇਜ਼ ਸਪੇਸ ਲੈਟਿਸ ਆਫ ਕੈਲਸ਼ੀਅਮ ਫਲੋਰਾਈਡ ਇਜ਼। ਜੋ ਸਪੇਸ ਲੈਟਿਸ ਹੈ, ਠੀਕ ਹੈ ਨਾ, ਕੈਲਸ਼ੀਅਮ ਫਲੋਰਾਈਡ ਦੀ, ਉਹ ਕਿਸ ਤਰੀਕੇ ਦਾ, ਮਤਲਬ ਜਿਹੜਾ ਉਹਦਾ ਯੂਨਿਟ ਸੈੱਲ ਕਹਿ ਸਕਦੇ ਹੋ ਤੁਸੀਂ, ਉਹਦੀ ਕੀ ਸਟਰਕਚਰ ਹੁੰਦੀ ਹੈ, ਕਿਹੜਾ ਸੈੱਲ ਹੁੰਦਾ ਹੈ। ਸੋ ਇਹਦੇ ਵਿੱਚ ਆਨਸਰ ਆਏਗਾ ਦੈਟ ਇਜ਼ ਫੇਸ ਸੈਂਟਰਡ ਕਿਊਬਿਕ, FCC। ਓਕੇ, ਦਿਸ ਇਜ਼ ਕਰੈਕਟ ਆਨਸਰ। ਨੈਕਸਟ ਕੁਐਸਚਨ ਦੇਖੋ, ਫॉर ਕਿਊਬਿਕ ਕੋਆਰਡੀਨੇਸ਼ਨ ਦ ਵੈਲਿਊ ਆਫ ਰੇਡੀਅਸ ਰੇਸ਼ੋ ਇਜ਼। ਰੇਡੀਅਸ ਰੇਸ਼ੋ ਜੋ ਹੁੰਦਾ ਹੈ ਉਹਦੀ ਕਿੰਨੀ ਵੈਲਿਊ ਹੁੰਦੀ ਹੈ ਕਿਊਬਿਕ ਕੋਆਰਡੀਨੇਸ਼ਨ ਦੇ ਵਿੱਚ, ਤਾਂ ਤੁਸੀਂ ਲਰਨ ਕਰਨਾ ਦੈਟ ਇਜ਼ 0.732 ਤੋਂ ਲੈ ਕੇ 1.000 ਦੇ ਵਿੱਚ ਜਿਹੜਾ ਹੈ ਰੇਡੀਅਸ ਰੇਸ਼ੋ ਰਹਿੰਦੀ ਹੈ ਕਿਊਬਿਕ ਕੋਆਰਡੀਨੇਸ਼ਨ ਦੇ ਅੰਦਰ। ਨੈਕਸਟ ਹੈ ਕਿ ਹਾਊ ਮੈਨੀ ਸਪੇਸ ਲੈਟਿਸਿਸ ਆਰ ਓਬਟੇਨਡ ਫਰੋਮ ਡਿਫਰੈਂਟ ਕ੍ਰਿਸਟਲ ਸਿਸਟਮ।
ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ ਕਿ ਕਿੰਨੇ ਸਪੇਸ ਲੈਟਿਸਿਸ ਓਬਟੇਨ ਕਰਦੇ ਹਾਂ ਅਸੀਂ ਅਗਰ ਅਲੱਗ-ਅਲੱਗ ਕ੍ਰਿਸਟਲ ਸਿਸਟਮ ਸਾਡੇ ਕੋਲ ਹੋਣ ਤਾਂ ਉਹ 'ਚ ਕਿੰਨੇ ਅਸੀਂ ਸਪੇਸ ਲੈਟਿਸ ਜਿਹੜੇ ਨੇ ਓਬਟੇਨ ਕਰ ਸਕਦੇ ਹਾਂ। ਤਾਂ ਮੈਕਸੀਮਮ ਇਹਦਾ ਆਂਸਰ ਜਿਹੜਾ ਰਹੂਗਾ ਦੈਟ ਇਜ਼ 14, ਠੀਕ ਹੈ ਨਾ ਜੀ। 14 ਸਪੇਸ ਲੈਟਿਸਿਸ ਆਰ ਦੇਅਰ। ਨੈਕਸਟ ਇਜ਼ 8th ਕੁਐਸਚਨ, ਐਗਜ਼ਾਮਪਲ ਆਫ ਯੂਨਿਟ ਸੈੱਲ ਵਿਦ ਕ੍ਰਿਸਟੈਲੋਗ੍ਰਾਫਿਕ ਡਾਇਮੈਂਸ਼ਨ। ਦੇਖੋ ਤੁਸੀਂ ਉਹ ਯੂਨਿਟ ਸੈੱਲ ਦੱਸਣਾ ਜਿਹਦੇ ਪੈਰਾਮੀਟਰਸ ਇਹ ਵਾਲੇ ਹੁੰਦੇ ਨੇ, ਠੀਕ ਹੈ ਨਾ। ਇੱਥੇ ਕੁਐਸਚਨ ਹੁਣ ਉਲਟਾ ਆ ਗਿਆ, ਇੱਥੇ ਤੁਹਾਨੂੰ ਪੈਰਾਮੀਟਰ ਦਿੱਤੇ ਹੋਏ ਨੇ, ਤੁਸੀਂ ਯੂਨਿਟ ਸੈੱਲੋਂ ਫਾਈਂਡ ਕਰਨਾ ਕਿ ਕਿਹਦੇ ਪੈਰਾਮੀਟਰਸ ਨੇ। ਤਾਂ ਇਹ ਪੈਰਾਮੀਟਰਸ ਕਿਹਦੇ ਹੋਣਗੇ, ਦੈਟ ਇਜ਼ ਮੋਨੋਕਲਿਨਿਕ ਸਲਫਰ ਦੇ। ਇਹ ਆਂਸਰ, ਇਹਦਾ ਆਂਸਰ ਕੀ ਆ ਜਾਏਗਾ, ਮੋਨੋਕਲਿਨਿਕ ਸਲਫਰ। 9th ਕੁਐਸਚਨ ਦੇਖੋ, ਕਹਿੰਦੇ ਇਨ FCC ਲੈਟਿਸ ਅ ਯੂਨਿਟ ਸੈੱਲ ਇਜ਼ ਸ਼ੇਅਰਡ ਇਕੁਅਲੀ ਬਾਈ ਹਾਊ ਮੈਨੀ ਯੂਨਿਟ ਸੈੱਲਸ। ਤਾਂ ਇਹਦੇ ਵਿੱਚ ਕਹਿੰਦੇ ਜੋ FCC ਕਿਊਬਿਕ ਲੈਟਿਸ ਹੁੰਦਾ ਜਿਹੜਾ ਉਹਦੇ ਵਿੱਚ ਯੂਨਿਟ ਸੈੱਲ ਹੁੰਦਾ ਉਹ ਕਿੰਨੇ ਨਾਲ ਇਕੁਅਲੀ ਸ਼ੇਅਰ ਕਰਦਾ, ਕਿੰਨੇ ਯੂਨਿਟਸ ਨਾਲ ਅਟੈਚ ਹੁੰਦਾ। ਤਾਂ ਇਹਦਾ ਆਂਸਰ ਆ ਜਾਏਗਾ ਦੈਟ ਇਜ਼ 6, ਓਕੇ। 6 ਯੂਨਿਟ ਸੈੱਲਸ ਦੇ ਨਾਲ ਸ਼ੇਅਰ ਕਰਦਾ ਇਕੁਅਲੀ। The maximum radius of sphere that can be fitted in the octahedral hole of cubical close packing of sphere of radius is, that is 10th ਦਾ ਜੋ correct answer ਹੈ that is equal to 0.414 r। ਨੈਕਸਟ ਕੁਐਸਚਨ ਦੇਖੋ, ਦਾ ਯੂਨਿਟ ਸੈੱਲ ਆਫ NaCl ਲੈਟਿਸ। ਇਹਦਾ ਜਿਹੜਾ ਯੂਨਿਟ ਸੈੱਲ ਤੁਸੀਂ ਦੱਸਣਾ ਹੈ ਕਿ NaCl ਦਾ ਲੈਟਿਸ ਦਾ ਹੁੰਦਾ, ਇਹਦੇ ਵਿੱਚ ਕਿੰਨੇ ਯੂਨਿਟਸ ਹੁੰਦੇ ਨੇ। ਤਾਂ ਇਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਹੈਜ਼ 4 NaCl ਯੂਨਿਟਸ, ਓਕੇ। 11th ਦਾ ਆਂਸਰ ਆਏਗਾ C। ਨੈਕਸਟ ਇਜ਼ ਫੋਰ ਟੈਟਰਾਹੈਡਰਲ ਕੋਆਰਡੀਨੇਸ਼ਨ ਨੰਬਰ ਦ ਰੇਡੀਅਸ ਰੇਸ਼ੋ। ਟੈਟਰਾਹੈਡਰਲ ਕੋਆਰਡੀਨੇਸ਼ਨ ਨੰਬਰ ਵਾਸਤੇ ਉੱਪਰ ਦੱਸਿਆ ਸੀ ਅਸੀਂ ਔਕਟਾਹੈਡਰਲ ਵਾਸਤੇ, ਠੀਕ ਹੈ, ਇੱਕ ਕੁਐਸਚਨ ਉੱਪਰ ਆਇਆ ਸੀਗਾ। ਇਹ ਹੈਗਾ ਟੈਟਰਾਹੈਡਰਲ। ਟੈਟਰਾਹੈਡਰਲ ਵਾਸਤੇ ਤੁਸੀਂ ਰੇਡੀਅਸ ਰੇਸ਼ੋ ਲਰਨ ਕਰਨੀ ਹੈ, ਦੈਟ ਇਜ਼ ਇਕੁਅਲ ਟੂ C। ਦਿਸ ਇਜ਼ ਫॉर ਟੈਟਰਾਹੈਡਰਲ ਕੋਆਰਡੀਨੇਸ਼ਨ ਨੰਬਰ, ਠੀਕ ਹੈ ਜੀ। ਰੇਡੀਅਸ ਰੇਸ਼ੋ ਹੁੰਦੀ ਹੈ 0.225 ਤੋਂ ਲੈ ਕੇ 0.414 ਤੱਕ ਦੀ ਰੇਡੀਅਸ ਰੇਸ਼ੋ ਹੋ ਸਕਦੀ ਹੈ। ਨੈਕਸਟ ਕੁਐਸਚਨ ਦੇਖੋ, ਦੈਟ ਇਜ਼ 13 ਕੁਐਸਚਨ, ਓਕੇ, ਵਿਚ ਇਜ਼ ਆਲਸੋ ਵੈਰੀ ਇੰਪੋਰਟੈਂਟ। ਵਟ ਟਾਈਪ ਆਫ ਲੈਟਿਸ ਇਜ਼ ਫਾਊਂਡ ਇਨ ਪੋਟਾਸ਼ੀਅਮ ਕਲੋਰਾਈਡ ਕ੍ਰਿਸਟਲ। ਪੋਟਾਸ਼ੀਅਮ ਕਲੋਰਾਈਡ ਕ੍ਰਿਸਟਲ ਦੇ ਵਿੱਚ ਕਿਸ ਟਾਈਪ ਦਾ ਲੈਟਿਸ ਜੋ ਹੈ ਫਾਈਂਡ ਕੀਤਾ ਜਾਂਦਾ ਹੈ। ਇਟ ਇਜ਼ ਆਲਸੋ ਦੈਟ ਇਜ਼ FCC, ਓਕੇ। ਪੋਟਾਸ਼ੀਅਮ ਕਲੋਰਾਈਡ, ਜਿਵੇਂ NaCl ਹੁੰਦਾ ਉਵੇਂ ਪੋਟਾਸ਼ੀਅਮ ਕਲੋਰਾਈਡ ਹੋ ਗਿਆ। ਇਹਦੇ ਵਿੱਚ ਵੀ ਕਿਹੜਾ ਕਿਊਬਿਕ ਆਏਗਾ, ਦੈਟ ਇਜ਼ ਫੇਸ ਸੈਂਟਰਡ ਕਿਊਬਿਕ, FCC। ਨੈਕਸਟ ਜੋ ਹੈ 14, ਦ 3 ਡਾਇਮੈਂਸ਼ਨਲ ਗ੍ਰਾਫ ਆਫ ਲੈਟਿਸ ਪੁਆਇੰਟਸ ਵਿਚ ਸੈਟਸ ਦ ਪੈਟਰਨ ਫॉर ਹੋਲ ਲੈਟਿਸ ਇਜ਼ ਕਾਲਡ। ਕੀ ਕਿਹਾ ਜਾਂਦਾ ਇਸ ਨੂੰ, that is which is called as unit cell, okay जी। 3 dimensional graph of lattice point, lattice points ਨੂੰ join ਕਰਕੇ ਜੋ graph ਤਿਆਰ ਹੁੰਦਾ ਉਹ ਕੀ ਹੁੰਦਾ ਸਾਡੇ ਕੋਲ, unit cell। next ਹੈ 15 question, crystals can be classified into dash basic crystal habits, okay। ਇਹਦਾ ਆਂਸਰ ਆਏਗਾ 7। ਕ੍ਰਿਸਟਲਸ ਜਿਹੜੇ ਹੁੰਦੇ ਨੇ ਉਹਨਾਂ ਨੂੰ 7 ਕ੍ਰਿਸਟਲ ਹੈਬਿਟਸ ਦੇ ਵਿੱਚ ਕੀ ਕੀਤਾ ਜਾਂਦਾ ਹੈਗਾ, ਡਿਵਾਈਡ ਕੀਤਾ ਜਾ ਸਕਦਾ ਹੈ ਜਾਂ ਕਲਾਸੀਫਾਈ ਕੀਤਾ ਜਾ ਸਕਦਾ ਹੈ, ਵੈਰੀ ਇੰਪੋਰਟੈਂਟ। 16 ਕੁਐਸਚਨ, ਹਾਊ ਮੈਨੀ ਮੋਲੀਕਿਊਲਸ ਆਰ ਦੇਅਰ ਇਨ ਦ ਯੂਨਿਟ ਸੈੱਲ ਆਫ ਸੋਡੀਅਮ ਕਲੋਰਾਈਡ। ਸੋਡੀਅਮ ਕਲੋਰਾਈਡ ਦੇ ਵਿੱਚ, ਠੀਕ ਹੈ ਨਾ, ਕਿੰਨੇ ਜਿਹੜੇ ਨੇ ਯੂਨਿਟ ਸੈੱਲ ਦਿਖਦੇ ਨੇ ਸਾਨੂੰ, ਉਹਦੇ ਵਿੱਚ ਕਿੰਨੇ ਯੂਨਿਟ ਸੈੱਲ ਹੁੰਦੇ ਨੇ ਸੋਡੀਅਮ ਕਲੋਰਾਈਡ ਦੇ ਵਿੱਚ, ਦੈਟ ਇਜ਼ 16 ਦਾ ਆਂਸਰ ਕਿੰਨਾ ਆ ਜਾਏਗਾ, ਹਾਊ ਮੈਨੀ ਮੋਲੀਕਿਊਲਸ ਆਰ ਦੇਅਰ ਇਨ the unit cell। molecules ਪੁੱਛਿਆ ਬਈ, molecules, that is 4, ਆਂਸਰ ਕਿੰਨਾ ਆ ਜਾਏਗਾ 4। ਨੈਕਸਟ ਦੇਖੋ 17 ਕੁਐਸਚਨ, ਇਨ ਅ ਕ੍ਰਿਸਟਲ the atoms are located at the position of। ਕਹਿੰਦੇ ਕ੍ਰਿਸਟਲ ਦੇ ਵਿੱਚ ਜਿਹੜੇ ਐਟਮਸ ਹੁੰਦੇ ਨੇ ਉਹ ਕਿਹੜੀ ਪੋਜੀਸ਼ਨਸ ਦੇ ਨੂੰ ਆਕੂਪਾਈ ਕਰਦੇ ਨੇ ਜਾਂ ਕਿਹੜੀ ਪੋਜੀਸ਼ਨ ਤੇ ਲੋਕੇਟਡ ਹੁੰਦੇ ਨੇ। ਸੋ ਮੇਨਲੀ ਦੇ ਆਰ ਲੋਕੇਟਡ ਵੇਅਰ ਦ ਪੋਟੈਂਸ਼ੀਅਲ ਐਨਰਜੀ ਇਜ਼ ਮਿਨੀਮਮ। ਸੋ ਉੱਥੇ ਹੁੰਦੇ ਨੇ ਜਿੱਥੇ ਪੋਟੈਂਸ਼ੀਅਲ ਐਨਰਜੀ ਕੀ ਹੁੰਦੀ ਹੈ, ਮਿਨੀਮਮ ਹੁੰਦੀ ਹੈ। ਨੈਕਸਟ ਹੈ ਕਿ ਦ ਟੋਟਲ ਨੰਬਰ ਆਫ ਲੈਟਿਸ ਅਰੇਂਜਮੈਂਟਸ ਇਨ ਡਿਫਰੈਂਟ ਕ੍ਰਿਸਟਲ ਸਿਸਟਮ ਇਜ਼। ਇਹਦਾ ਆਂਸਰ ਕੀ ਆਏਗਾ ਕਿ ਟੋਟਲ ਨੰਬਰ ਆਫ ਲੈਟਿਸ ਅਰੇਂਜਮੈਂਟਸ ਕਿੰਨੀਆਂ ਹੋ ਸਕਦੀਆਂ ਨੇ, ਦੈਟ ਇਜ਼ ਇਕੁਅਲ ਟੂ 7। ਨੈਕਸਟ ਹੈ 19 ਕੁਐਸਚਨ, ਮੋਨੋਕਲਿਨਿਕ ਕ੍ਰਿਸਟਲ। ਜਿਹੜੇ ਮੋਨੋਕਲਿਨਿਕ ਕ੍ਰਿਸਟਲਸ ਹੁੰਦੇ ਨੇ ਉਹਨਾਂ ਦੀ ਕੀ ਡਾਇਮੈਂਸ਼ਨਸ ਹੁੰਦੀਆਂ ਨੇ। ਇਹਦੇ ਵਿੱਚੋਂ ਕਰੈਕਟ ਆਪਸ਼ਨ ਤੁਸੀਂ ਲੱਭਣੀ ਹੈ, ਪੈਰਾਮੀਟਰ ਲਰਨ ਕਰਨੇ ਪੈਣਗੇ। ਸੋ A ਇਜ਼ ਦਾ ਕਰੈਕਟ ਆਂਸਰ। ਨੈਕਸਟ ਦੇਖੋ 20th ਕੁਐਸਚਨ ਕੀ ਹੈ, the low solubility of barium sulfate in water can be attributed to। ਇਹਦੇ ਵਿੱਚ ਕੀ ਹੈ ਕਿ ਜੋ low solubility ਹੁੰਦੀ ਹੈ barium sulfate ਦੀ, ਵਾਟਰ ਦੇ ਵਿੱਚ ਘੱਟ soluble ਹੁੰਦਾ ਹੈ, can be attributed to। ਕਿਉਂ, ਰੀਜ਼ਨ ਕੀ ਹੈ ਇਹਦਾ, that is reason is ਕਿਉਂਕਿ ਇਹਦੀ ਜਿਹੜੀ ਲੈਟਿਸ ਐਨਰਜੀ ਆ ਉਹ ਹਾਈ ਹੁੰਦੀ ਹੈ। ਸੋ ਬੇਰੀਅਮ ਸਲਫੇਟ ਦੀ ਲੈਟਿਸ ਐਨਰਜੀ ਕੀ ਹੁੰਦੀ ਹੈ, ਹਾਈ ਹੋਣ ਕਰਕੇ ਇਹ ਕੀ ਹੁੰਦਾ ਹੈ, ਲੈਸ ਸੋਲੂਬਲ ਹੁੰਦਾ ਹੈ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਬ੍ਰੈਵੀਅਸ ਲੈਟਿਸਿਸ ਆਰ। ਜੋ ਬ੍ਰੈਵੀਅਸ ਲੈਟਿਸਿਸ ਹੁੰਦੇ ਨੇ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ ਨਾ। NCERT ਬੁੱਕ ਦੇ ਵਿੱਚ ਵੀ ਮੈਂਸ਼ਨ ਹੈ ਕਿ ਇਹ
14 टाइप्स ਦੇ ਹੁੰਦੇ ਨੇ ਬ੍ਰੇਵੀਅਸ ਲੈਟਿਸਿਸ। ਸੋ ਇਹਦਾ ਕਰੈਕਟ ਆਨਸਰ ਕਿੰਨਾ ਆ ਜਾਊਗਾ ਸੀ। ਨੈਕਸਟ ਦੇਖੋ ਦ ਸਟਰਕਚਰ ਆਫ TLCL ਇਜ਼ ਸਿਮਿਲਰ ਟੂ CSCL, what would be the radius ratio in TLCL? ਸੋ ਇਹਦੀ ਰੇਡੀਅਸ ਰੇਸ਼ੋ ਦੱਸਣੀ ਹੈ ਤੁਸੀਂ। ਸੋ ਇਹਦਾ ਜਿਹੜਾ ਕਰੈਕਟ ਆਨਸਰ ਆਊਗਾ ਉਹ ਆਊਗਾ ਲਾਸਟ, ਓਕੇ, ਦੈਟ ਇਜ਼ 0.732 ਤੋਂ ਲੈ ਕੇ 1.000। 23 ਕੁਐਸਚਨ ਹੈ ਸਟਰਕਚਰ ਸਿਮਿਲਰ ਟੂ ਜ਼ਿੰਕ ਬਲੈਂਡੇ ਇਜ਼ ਫਾਊਂਡ ਇਨ। ਦੇਖੋ ਜਿੱਦਾਂ ਦੀ ਸਟਰਕਚਰ ਜ਼ਿੰਕ ਬਲੈਂਡੇ ਦੀ ਹੁੰਦੀ ਹੈ ਉਵੇਂ ਦੀ ਸਟਰਕਚਰ ਕਹਿੰਦੇ ਕਿਸ ਕੰਪਾਊਂਡ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਸੋ ਸਿਮਿਲਰ ਸਟਰਕਚਰ ਦੇਖਣ ਨੂੰ ਮਿਲਦੀ ਹੈ ਕਾਪਰ ਕਲੋਰਾਈਡ ਦੇ ਵਿੱਚ, ਓਕੇ ਜੀ, ਈਜ਼ੀ ਕੁਐਸਚਨ। ਨੈਕਸਟ ਦੇਖੋ 24th ਦ ਸਟਰਕਚਰ ਆਫ ਸੋਡੀਅਮ ਆਕਸਾਈਡ ਕ੍ਰਿਸਟਲ ਇਜ਼। ਜੋ ਸੋਡੀਅਮ ਆਕਸਾਈਡ ਕ੍ਰਿਸਟਲ ਹੈ ਉਹਦੀ ਸਟਰਕਚਰ ਕਿਵੇਂ ਦੀ ਹੁੰਦੀ ਹੈ? ਉਹਦੀ ਸਟਰਕਚਰ ਹੁੰਦੀ ਹੈ ਦੈਟ ਇਜ਼ ਐਂਟੀ ਫਲੋਰਾਈਡ। ਕਿੱਦਾਂ ਦੀ ਸਟਰਕਚਰ ਹੁੰਦੀ ਹੈ? ਐਂਟੀ ਫਲੋਰਾਈਡ, ਓਕੇ। ਸਟਰਕਚਰ ਆਫ ਜ਼ਿੰਕ ਸਲਫਾਈਡ ਇਜ਼। ਸਟਰਕਚਰ ਕਿਵੇਂ ਦੀ ਹੁੰਦੀ ਹੈ ਜੀ ਜ਼ਿੰਕ ਸਲਫਾਈਡ ਦੀ? ਦੈਟ ਇਜ਼ ਫੇਸ ਸੈਂਟਰਡ ਕਿਊਬਿਕ। ਦੇਖੋ ਜਿੰਨੇ ਵੀ ਕੰਪਾਊਂਡਸ ਤੁਹਾਨੂੰ NCERT ਬੁੱਕ ਦੇ ਵਿੱਚ ਮੈਂਸ਼ਨ ਨੇ, ਠੀਕ ਹੈ, ਉਹਨਾਂ ਦੇ ਤੁਹਾਨੂੰ ਮੇਨ ਸਟਰਕਚਰ ਜਿਹੜੀ ਹੈ ਪਤਾ ਹੋਣੀ ਚਾਹੀਦੀ ਹੈ ਸਾਰਿਆਂ ਦੀ, ਜਿਹੜੇ ਕਾਮਨ ਨੇ, ਓਕੇ ਜੀ। ਉਹਦੇ ਵਿੱਚੋਂ ਹੀ ਇਹ ਕੁਐਸਚਨਸ ਬਣ ਜਾਂਦਾ ਫਿਰ। ਨੈਕਸਟ ਦੇਖੋ 26th ਕੁਐਸਚਨ ਦ ਕ੍ਰਿਸਟਲ ਸਿਸਟਮ ਆਫ ਅ ਕੰਪਾਊਂਡ ਵਿਦ ਯੂਨਿਟ ਸੈਲ ਡਾਇਮੈਂਸ਼ਨਸ। A ਦਿੱਤਾ ਹੋਇਆ, B ਦਿੱਤਾ ਹੋਇਆ, C ਦਿੱਤਾ ਹੋਇਆ, ਠੀਕ ਹੈ ਨਾ, ਸਾਰੇ ਡਾਇਮੈਂਸ਼ਨ ਦਿੱਤੇ ਹੋਏ ਨੇ। ਅਲਫਾ ਬੀਟਾ ਜੋ ਹੈ 90 ਡਿਗਰੀ ਦਿੱਤਾ ਹੋਇਆ, ਗਾਮਾ ਜੋ ਹੈ 120 ਡਿਗਰੀ ਦਿੱਤਾ ਹੋਇਆ। ਸੋ ਇਹਦਾ ਆਂਸਰ ਪੁੱਛਿਆ ਗਿਆ ਦੈਟ ਇਜ਼ ਕਿੰਨਾ ਹੋਏਗਾ, ਮੀਨਸ ਕਿਹੜੀ ਇਹਦੇ ਵਿੱਚ ਕ੍ਰਿਸਟਲ ਸਿਸਟਮ ਹੈ ਜਿਹੜਾ ਬਣੂਗਾ, ਦੈਟ ਇਜ਼ ਹੈਕਸਾਗਨਲ। ਇਹ ਵਾਲੇ ਜਿਹੜੇ ਮੀਨਸ ਇਹ ਪੈਰਾਮੀਟਰਸ ਨੇ ਇਹ ਕਿਹਨੂੰ ਬਿਲੋਂਗ ਕਰਨਗੇ? ਹੈਕਸਾਗਨਲ ਨੂੰ। ਸੋ ਇਹਦਾ ਹੈਕਸਾਗਨਲ ਆਂਸਰ ਆ ਜਾਏਗਾ। The number of tetrahedral voids in the unit cell of a FCC lattice of similar atom is। ਕਹਿੰਦੇ ਕਿ ਜੋ ਟੈਟਰਾਹੈਡਰਲ ਵੋਇਡਸ ਹੁੰਦੀਆਂ ਨੇ, ਠੀਕ ਹੈ ਨਾ, FCC ਲੈਟਿਸ ਹੁੰਦੀ ਹੈ ਨਾ, ਉਹਦੇ ਵਿੱਚ ਟੈਟਰਾਹੈਡਰਲ ਵੋਇਡਸ ਜਿਹੜੀਆਂ ਹੁੰਦੀਆਂ ਨੇ ਉਹ ਕਿੰਨੀਆਂ ਹੁੰਦੀਆਂ ਨੇ? ਸੋ ਇਹਦੇ ਵਿੱਚ ਆਂਸਰ ਆ ਜਾਊਗਾ ਦੈਟ ਇਜ਼ 8। ਕਿੰਨਾ ਆਂਸਰ ਆ ਜਾਊਗਾ? 8 ਆਂਸਰ ਆ ਜਾਊਗਾ। ਨੈਕਸਟ ਹੈਗਾ ਐਨ FCC ਯੂਨਿਟ ਸੈੱਲ ਆਫ ਅਲੂਮੀਨੀਅਮ। ਜੋ ਅਲੂਮੀਨੀਅਮ ਦਾ ਯੂਨਿਟ ਸੈੱਲ ਹੁੰਦਾ ਹੈ, FCC ਸੈੱਲ ਹੁੰਦਾ ਉਹਦਾ ਯੂਨਿਟ ਸੈੱਲ, ਕੰਟੇਨਸ ਦਾ ਇਕੁਵਲੈਂਟ ਆਫ ਹਾਊ ਮੈਨੀ ਐਟਮਸ। ਕਿੰਨੇ ਐਟਮਸ ਹੁੰਦੇ ਨੇ ਅਲੂਮੀਨੀਅਮ ਦੇ ਯੂਨਿਟ ਸੈੱਲ ਦੇ ਵਿੱਚ? ਦੈਟ ਇਜ਼ ਕਰੈਕਟ ਆਂਸਰ ਆ ਜਾਊਗਾ ਇਹਦਾ 4, ਠੀਕ ਹੈ ਜੀ। ਸੋ ਦਿਸ ਇਜ਼ ਆਲ ਅਬਾਊਟ ਦੀਜ਼ MCQs। ਇਹ MCQs ਤੁਹਾਡੇ ਟੌਪਿਕ ਸੀਗਾ ਦੈਟ ਇਜ਼ ਕ੍ਰਿਸਟੈਲੋਗ੍ਰਾਫੀ ਐਂਡ ਲੈਟਿਸ ਦੇ ਰਿਲੇਟਡ, ਠੀਕ ਹੈ ਜੀ। ਅਤੇ ਨੈਕਸਟ ਜਿਹੜਾ ਟੌਪਿਕ ਰਹੂਗਾ ਇਹਦਾ ਉਹ ਅਗਲੇ ਪਾਰਟ ਦੇ ਵਿੱਚ ਡਿਸਕਸ ਕਰਾਂਗੇ। ਸਾਰੇ MCQs ਬਹੁਤ ਇੰਪੋਰਟੈਂਟ ਨੇ ਔਰ ਤੁਹਾਡੇ ਲੈਵਲ ਦੇ ਅਕੋਰਡਿੰਗ ਨੇ ਬਿਲਕੁਲ ਹੀ। ਸੋ ਦੀਜ਼ ਆਰ ਮੋਸਟ ਇੰਪੋਰਟੈਂਟ, ਠੀਕ ਹੈ ਜੀ। ਇਹਨਾਂ ਨੂੰ ਵਾਚ ਕਰੋ ਐਂਡ ਇਹਨਾਂ ਨੂੰ ਆਪਣੇ ਨੋਟ ਡਾਊਨ ਕਰੋ, ਠੀਕ ਹੈ ਜੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ, ਕਮੈਂਟ ਕਰੋ। ਅਗਰ ਕੋਈ ਡਾਊਟ ਹੈ ਤਾਂ ਕਮੈਂਟ ਕਰਕੇ, ਠੀਕ ਹੈ ਨਾ, ਦੱਸੋ ਜੋ ਵੀ ਡਾਊਟ ਹੈਗਾ ਜੀ, ਠੀਕ ਹੈ ਜੀ। ਬਾਕੀ ਵੀਡੀਓ ਨੂੰ ਸ਼ੇਅਰ ਕਰੋ, ਓਕੇ, ਆਪਣੇ ਨੀਅਰ ਡੀਅਰਸ ਫਰੈਂਡਸ ਨਾਲ, ਠੀਕ ਹੈ ਜੀ। ਥੈਂਕ ਯੂ ਅਲਾਟ।